सभासदों, माननीय उपसभापति जी, मैं समझता हूँ विधेयक को पारित किया जाए। The question is that the Farm Laws Repeal Bill 2021 is passed by Lok Sabha and taken into consideration. Those in favor will please say aye. Those against will please say no. I think the ayes have it. The ayes have it. The ayes have it. The bill is passed. ਸੋ ਜਿਵੇਂ ਇਹ ਤਿੰਨ ਖੇਤੀ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਵਿੱਚ ਹੰਗਾਮੇ ਵਿੱਚ ਪਾਸ ਕੀਤਾ ਗਿਆ ਸੀ, ਉਦਾਂ ਹੀ ਇੱਕ ਵਾਰ ਫਿਰ ਤੋਂ ਪਾਰਲੀਮੈਂਟ ਦੇ ਵਿੱਚ ਹੰਗਾਮੇ ਦੇ ਵਿੱਚ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ। ਸੋ ਇਸੇ ਦੇ ਨਾਲ ਕਿਸਾਨਾਂ ਦੇ 1 ਸਾਲ ਤੋਂ ਵੀ ਵੱਧ ਟਾਈਮ ਤੋਂ ਚੱਲ ਰਹੇ ਇਸ ਕਿਸਾਨ ਅੰਦੋਲਨ ਦੀ ਜਿੱਤ ਹੋਈ ਐਂਡ ਉਹਨਾਂ ਨੇ ਫਾਈਨਲੀ ਸੈਲੀਬ੍ਰੇਟ ਕੀਤਾ ਐਂਡ ਹੁਣ ਸਾਡੇ ਸਾਰੇ ਕਿਸਾਨ ਵੀਰ ਭਰਾ ਵਾਪਸ ਘਰਾਂ ਨੂੰ ਜਾ ਰਹੇ ਨੇ ਐਂਡ ਕਿਸਾਨਾਂ ਦੇ ਵਿੱਚ ਜੋ ਜੋਸ਼ ਹੈ ਅਸੀਂ ਕਾਫੀ ਵੀਡੀਓਜ਼ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਜਗ੍ਹਾ ਜਗ੍ਹਾ ਦੇ ਵਿੱਚ ਫਤਿਹ ਮਾਰਚ ਕੱਢੇ ਜਾ ਰਹੇ ਆ। ਅਸੀਂ ਸਭ ਕੁਝ ਦੇਖ ਸਕਦੇ ਹਾਂ ਕਿ ਕਿਸਾਨ ਕਿੰਨੇ ਖੁਸ਼ ਨੇ ਇਸ ਚੀਜ਼ ਤੋਂ। ਸੋ ਇਹ ਸਭ ਕਿਸਾਨਾਂ ਦੀ 1 ਸਾਲ ਦੀ ਮਿਹਨਤ ਦਾ ਨਤੀਜਾ ਹੈ, ਉਹਨਾਂ ਦੀ ਦ੍ਰਿੜ ਨਿਸ਼ਚੈ ਦਾ ਨਤੀਜਾ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਕਿਸਾਨ ਅੰਦੋਲਨ ਦੇ ਜਿੱਤਣ ਦੇ 5 ਮੁੱਖ ਕਾਰਨ ਕੀ ਸਨ, ਜਿਸ ਕਰਕੇ ਨਾ ਕਿ ਇਹ ਅੰਦੋਲਨ ਇੰਨੇ ਲੰਬੇ ਟਾਈਮ ਤੱਕ ਚੱਲ ਸਕਿਆ ਬਲਕਿ ਇਸ ਦੀ ਡਾਇਰੈਕਟ ਲੜਾਈ ਸਾਡੀ ਗੋਦੀ ਮੀਡੀਆ ਦੇ ਨਾਲ ਸੀ, ਕਿਉਂਕਿ ਅਗਰ ਮੀਡੀਆ ਦਾ ਸਪੋਰਟ ਅੰਦੋਲਨ ਵਿੱਚ ਨਾ ਹੋਵੇ ਤੇ ਕੋਈ ਵੀ ਅੰਦੋਲਨ ਸਕਸੈਸਫੁਲ ਨਹੀਂ ਹੋ ਸਕਦਾ। ਸੋ ਇਹ ਸਾਰਾ ਕੁਝ ਸਾਡੇ ਕਿਸਾਨ ਵੀਰ ਭਰਾਵਾਂ ਨੇ ਕਿੱਦਾਂ ਕਰ ਦਿਖਾਇਆ, ਜਾਣਦੇ ਅੱਜ ਦੀ ਵੀਡੀਓ ਦੇ ਵਿੱਚ। ਕਾਰਨਗੀ ਇੰਡੋਮੈਂਟ ਫॉर ਇੰਟਰਨੈਸ਼ਨਲ ਪੀਸ ਇੱਕ ਥਿੰਕ ਟੈਂਕ ਆ ਜੋ ਕਿ ਡੇਟਾਬੇਸ ਮੇਨਟੇਨ ਕਰਦੀ ਹੈ ਦੁਨੀਆ ਭਰ ਵਿੱਚ ਹੋ ਰਹੇ ਸਾਰੇ ਮੇਜਰ ਪ੍ਰੋਟੈਸਟ ਦਾ। ਇਸ ਦੇ ਵਿੱਚ ਉਹਨਾਂ ਨੇ 150 ਤੋਂ ਵੀ ਜ਼ਿਆਦਾ ਪ੍ਰੋਟੈਸਟ ਨੂੰ ਡਾਕੂਮੈਂਟ ਕੀਤਾ ਹੈ। ਅਗਰ ਇਸ ਲਿਸਟ ਵਿੱਚ ਅਸੀਂ ਇੰਡੀਆ ਦਾ ਸੈਕਸ਼ਨ ਦੇਖੀਏ ਤੇ ਇਸ ਦੇ ਵਿੱਚ ਵੀ ਫਾਰਮਰ ਪ੍ਰੋਟੈਸਟ, ਸੀਏਏ ਪ੍ਰੋਟੈਸਟ, ਰਿਜ਼ਰਵੇਸ਼ਨ ਪ੍ਰੋਟੈਸਟ, ਮਾਈਗ੍ਰੈਂਟ ਵਰਕਰ ਪ੍ਰੋਟੈਸਟ ਨੂੰ ਡਾਕੂਮੈਂਟ ਕੀਤਾ ਹੈ। ਅਸੀਂ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਟੈਸਟ ਦੇਖੇ, ਜਿਵੇਂ ਕਿ ਬਲੈਕ ਲਾਈਵ ਮੈਟਰ ਪ੍ਰੋਟੈਸਟ, ਹਾਂਗਕਾਂਗ ਪ੍ਰੋਟੈਸਟ, ਸੀਏਏ ਪ੍ਰੋਟੈਸਟ ਤੇ ਹੁਣ ਫਾਰਮਰ ਪ੍ਰੋਟੈਸਟ। ਇਹਨਾਂ ਪ੍ਰੋਟੈਸਟ ਵਿੱਚ ਲੱਖਾਂ ਲੋਕ ਵੀ ਜੁੜੇ, ਬਟ ਫਾਰਮਰ ਪ੍ਰੋਟੈਸਟ ਤੋਂ ਇਲਾਵਾ ਕੋਈ ਵੀ ਪ੍ਰੋਟੈਸਟ ਖਾਸ ਸਕਸੈਸਫੁਲ ਨਹੀਂ ਹੋ ਪਾਇਆ। ਸੋ ਕਿਸਾਨ ਅੰਦੋਲਨ ਦੇ ਵਿੱਚ ਇਹੋ ਜਿਹੀ ਕਿਹੜੀ ਖਾਸ ਗੱਲ ਸੀ ਜੋ ਇਸ ਨੂੰ ਅਲੱਗ ਤੇ ਸਕਸੈਸਫੁਲ ਬਣਾਉਂਦੀ ਹੈ ਕੰਪੈਰੀਟਿਵਲੀ ਅਦਰ ਪ੍ਰੋਟੈਸਟ ਤੋਂ, ਜਾਣਦੇ ਅੱਗੇ। ਜਦ ਜੂਨ 2020 ਵਿੱਚ ਮੋਦੀ ਸਰਕਾਰ ਇੱਕ ਆਰਡੀਨੈਂਸ ਦੇ ਜ਼ਰੀਏ ਇਹ ਤਿੰਨ ਖੇਤੀ ਕਾਨੂੰਨਾਂ ਨੂੰ ਇੰਟਰੋਡਿਊਸ ਕਰਦੀ ਹੈ ਤੇ ਸਾਡੇ ਕਿਸਾਨ ਸੰਗਠਨ ਜਿਹੜੇ 32 ਕਿਸਾਨ ਸੰਗਠਨ ਸੀ ਪੰਜਾਬ ਦੇ, ਉਹ ਇੱਕ ਸਾਥ ਆਉਂਦੇ ਨੇ। ਇਹਨਾਂ ਕਿਸਾਨ ਸੰਗਠਨਾਂ ਦੀ ਆਈਡੀਓਲੋਜੀ ਵਿਚਾਰਧਾਰਾ ਅਲੱਗ-ਅਲੱਗ ਸੀ, ਇਸੇ ਕਰਕੇ ਮੋਦੀ ਸਰਕਾਰ ਨੂੰ ਲੱਗਾ ਕਿ ਇਹ ਜ਼ਿਆਦਾ ਟਾਈਮ ਤੱਕ ਇਕੱਠੇ ਨਹੀਂ ਰਹਿ ਸਕਣਗੇ ਤੇ ਇੱਕ ਦਿਨ ਆ ਕੇ ਇਹ ਟੁੱਟ ਹੀ ਜਾਣਗੇ। ਬਟ ਸਾਡੇ ਕਿਸਾਨ ਲੀਡਰਸ ਨੇ ਆਪਣੀ ਆਈਡੀਓਲੋਜੀਸ, ਆਪਣੀ ਵਿਚਾਰਧਾਰਾ ਨੂੰ ਸਾਈਡ ਤੇ ਰੱਖਿਆ ਤੇ ਸਾਰੇ ਜਣੇ ਇੱਕ ਕਾਮਨ ਕਾਜ਼ ਦੇ ਲਈ ਅੱਗੇ ਆਏ। ਇਹਨਾਂ 32 ਕਿਸਾਨ ਸੰਗਠਨਾਂ ਨੇ ਮਿਲ ਕੇ ਇੱਕ ਮੋਰਚਾ ਤਿਆਰ ਕੀਤਾ ਐਂਡ ਇਸ ਮੋਰਚੇ ਦਾ ਨਾਮ ਰੱਖਿਆ ਸੰਯੁਕਤ ਕਿਸਾਨ ਮੋਰਚਾ। ਪੰਜਾਬ ਵਿੱਚ ਪ੍ਰੋਟੈਸਟ ਰਜਿਸਟਰ ਕਰਾਉਣ ਤੋਂ ਬਾਅਦ ਜਦ ਇੱਕ ਆਮ ਪੰਜਾਬੀ ਤੱਕ ਕਿਸਾਨਾਂ ਦੀ ਗੱਲ ਪਹੁੰਚੀ ਤਾਂ ਕਿਸਾਨ ਲੀਡਰਾਂ ਨੇ ਇਸ ਪ੍ਰੋਟੈਸਟ ਨੂੰ ਨੇਸ਼ਨ ਵਾਈਡ ਪ੍ਰੋਟੈਸਟ ਬਣਾਇਆ ਤੇ ਉਹਨਾਂ ਨੇ ਜਿਹੜੇ ਧਰਨੇ ਦੇ ਵਿੱਚ ਬੈਠੇ ਸੀ ਪੰਜਾਬ 'ਚ ਲੋਕ, ਉਹ ਸਾਰੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਲੈ ਕੇ ਖੜਾ ਕੀਤਾ। ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕਿਸਾਨ ਲੀਡਰ ਕਿੰਨਾ ਸਿਸਟਮੈਟਿਕਲੀ ਇਸ ਪ੍ਰੋਟੈਸਟ ਨੂੰ ਅੱਗੇ ਵਧਾ ਰਹੇ ਸੀ। ਪਹਿਲਾਂ ਉਹਨਾਂ ਨੇ ਆਪਣੀ ਗੱਲ ਇੱਕ ਆਮ ਪੰਜਾਬੀ ਤੱਕ ਪਹੁੰਚਾਈ, ਉਸ ਤੋਂ ਬਾਅਦ ਉਹਨਾਂ ਨੇ ਇਸੇ ਪ੍ਰੋਟੈਸਟ ਨੂੰ ਨੇਸ਼ਨ ਵਾਈਡ ਪ੍ਰੋਟੈਸਟ ਬਣਾ ਦਿੱਤਾ ਤੇ ਆਪਣੀ ਗੱਲ ਦੇਸ਼ ਤੱਕ ਹੀ ਨਹੀਂ ਬਲਕਿ ਪੂਰੀ ਦੁਨੀਆ ਤੱਕ ਪਹੁੰਚਾਈ। ਇਸੇ ਕਰਕੇ ਜਦ ਪ੍ਰੋਟੈਸਟ ਦਿੱਲੀ ਦੇ ਬਾਰਡਰ ਤੱਕ ਪਹੁੰਚਿਆ ਤੇ ਅਸੀਂ ਦੇਖਿਆ ਕਿ ਕਿਵੇਂ ਹਰਿਆਣਾ ਤੇ ਵੈਸਟਰਨ ਯੂਪੀ ਦੇ ਕਿਸਾਨ ਵੀ ਇਸੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋ ਗਏ, ਜਿਸ ਦੇ ਨਾਲ ਕਿਸਾਨ ਯੂਨੀਅਨਸ ਨੇ ਦਿੱਲੀ ਦੇ ਅਲੱਗ-ਅਲੱਗ ਬਾਰਡਰਸ ਤੇ ਧਰਨੇ ਦੇਣੇ ਸਟਾਰਟ ਕਰ ਦਿੱਤੇ ਐਂਡ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣਾ ਸਟਾਰਟ ਕੀਤਾ ਇਹਨਾਂ ਫਾਰਮ ਲਾਜ਼ ਨੂੰ ਰਿਪੀਲ ਕਰਨ ਵਾਸਤੇ। ਡੈਨੀਅਲ ਨੇ ਆਪਣੀ ਇੱਕ ਬੁੱਕ ਦ ਪੋਲੀਟੀਕਲ ਪਾਵਰ ਆਫ ਪ੍ਰੋਟੈਸਟ ਵਿੱਚ ਕਿਹਾ ਹੈ ਕਿ ਕੋਈ ਵੀ ਪ੍ਰੋਟੈਸਟ ਉਦੋਂ ਹੀ ਕਾਮਯਾਬ ਹੋ ਸਕਦਾ ਹੈ ਜਦ ਉਸ ਨੂੰ ਇੰਪੋਸੀਬਲ ਹੋ ਜਾਏ ਇਗਨੋਰ ਕਰਨਾ। ਐਂਡ ਸਾਡੇ ਕਿਸਾਨ ਯੂਨੀਅਨਸ ਨੇ ਵੀ ਕੁਝ ਏਦਾਂ ਹੀ ਕੀਤਾ। ਫਾਰਮਰ ਪ੍ਰੋਟੈਸਟ ਦਿਨ ਬ ਦਿਨ ਵੱਡਾ ਹੁੰਦਾ ਜਾ ਰਿਹਾ ਸੀ ਐਂਡ ਹੁਣ ਇੰਟਰਨੈਸ਼ਨਲ ਸਪੋਰਟ ਵੀ ਮਿਲਣੀ ਸਟਾਰਟ ਹੋ ਗਈ ਤੇ ਇਸ ਕਰਕੇ ਮੋਦੀ ਸਰਕਾਰ ਵਾਸਤੇ ਇਹ ਪ੍ਰੋਟੈਸਟ ਨੂੰ ਇਗਨੋਰ ਕਰਨਾ ਇੰਪੋਸੀਬਲ ਹੋ ਗਿਆ। ਇਸ ਦਾ ਸੈਕੰਡ ਰੀਜ਼ਨ ਸੀ ਫਾਈਨੈਂਸਿਸ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਪ੍ਰੋਟੈਸਟ ਮੈਨੇਜ ਕਰਨ ਲਈ ਜਾਂ ਸਟਾਰਟ ਕਰਨ ਲਈ ਕਾਫੀ ਸਾਰੇ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਅਗਰ ਗੱਲ ਕਰੀਏ ਫਾਰਮਰ ਪ੍ਰੋਟੈਸਟ ਤੇ ਜਿਹਦੇ ਵਿੱਚ ਲੱਖਾਂ ਲੋਕ ਮੌਜੂਦ ਸੀ, ਇਸ ਦੇ ਵਿੱਚ ਸਾਨੂੰ ਬਹੁਤ ਸਾਰੇ ਪੈਸਿਆਂ ਦੀ ਵੀ ਜ਼ਰੂਰਤ ਸੀ। ਸੋ ਇਸੇ ਲਈ ਜਦ ਪਹਿਲਾ ਪ੍ਰੋਟੈਸਟ ਨੂੰ ਦਿੱਲੀ ਦੇ ਬਾਰਡਰਸ ਤੱਕ ਲੈ ਜਾਇਆ ਗਿਆ ਤੇ ਸਾਡੇ ਕਿਸਾਨ ਵੀਰ ਭਰਾ ਆਪਣੇ ਨਾਲ 6 ਮਹੀਨੇ ਤੱਕ ਦਾ ਰਾਸ਼ਨ ਵੀ ਲੈ ਕੇ ਗਏ ਸੀ। ਈਵਨ ਕਿ ਅਸੀਂ ਦੇਖਿਆ ਕਿ ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਗਰਾਈਆਂ ਵੀ ਇਕੱਠੀਆਂ ਕੀਤੀਆਂ, ਜਿਸ ਦੇ ਵਿੱਚ ਲੋਕ ਕਈ ਪੈਸੇ ਦੇ ਰਹੇ ਸੀ ਜਾਂ ਫਿਰ ਰਾਸ਼ਨ ਵੀ ਦੇ ਰਹੇ ਸੀ। ਸੋ ਇਹ ਸਾਰੀਆਂ ਚੀਜ਼ਾਂ ਵੀ ਉੱਥੇ ਪਹੁੰਚਾਈਆਂ ਗਈਆਂ। ਇਸ ਦੇ ਨਾਲ-ਨਾਲ ਸਾਡੇ NRI, ਸਿੰਗਰਸ ਤੇ ਹੋਰ ਵੀ ਜਿਹੜੇ ਆਰਟਿਸਟ ਆ, ਉਹਨਾਂ ਨੇ ਵੀ ਕਾਫੀ ਜ਼ਿਆਦਾ ਯੋਗਦਾਨ ਦਿੱਤਾ ਤੇ ਕਾਫੀ ਸਾਰੀ ਜਿਹੜੀ ਫੰਡਿੰਗ ਆ ਪ੍ਰੋਵਾਈਡ ਕੀਤੀ ਕਿਸਾਨ ਯੂਨੀਅਨਸ ਨੂੰ। ਇਹ ਸਾਰੀ ਫੰਡਿੰਗ ਦਾ ਇਸਤੇਮਾਲ ਕੱਚੇ ਘਰ, ਟੈਂਟ, ਟਾਇਲਟ, ਵਾਟਰ ਟਿਊਬਵੈਲਸ ਵਗੈਰਾ ਬਣਾਉਣ ਦੇ ਲਈ ਕੰਮ ਆਏ ਤਾਂ ਜੋ ਜਿਹੜੀ ਕਿਸਾਨਾਂ ਦੀ ਬੇਸਿਕ ਲੋੜਾਂ ਨੇ ਉਹ ਧਰਨੇ ਦੇ ਥਾਂ ਤੇ ਹੀ ਮੁਹੱਈਆ ਕਰਾਈਆਂ ਜਾ ਸਕਣ। ਦੂਸਰੀ ਸਾਈਡ ਦੇਖੀਏ ਤੇ ਪੰਜਾਬ ਵਿੱਚ ਕੋਈ ਪ੍ਰੋਟੈਸਟ ਹੋਵੇ ਤੇ ਸਿੱਖ ਪ੍ਰਿੰਸੀਪਲਸ ਉਸ ਪ੍ਰੋਟੈਸਟ ਦਾ ਪਾਰਟ ਨਾ ਹੋਵੇ, ਇਹ ਪੋਸੀਬਲ ਹੀ ਨਹੀਂ ਹੈ। ਅਸੀਂ ਸਾਰਿਆਂ ਨੇ ਦੇਖਿਆ ਕਿ ਜਦ ਸਾਡੇ ਕਿਸਾਨ ਵੀਰ ਭਰਾ ਜਿੰਨੇ ਵੀ ਸਾਡੇ ਪੰਜਾਬ ਤੋਂ ਗਏ ਸੀ, ਦਿੱਲੀ ਦੇ ਬਾਰਡਰ ਤੱਕ ਪਹੁੰਚੇ ਤੇ ਉੱਥੋਂ ਦੇ ਲੋਕਾਂ ਨੇ ਹੀ, ਦਿੱਲੀ ਦੇ ਤੇ ਹਰਿਆਣੇ ਦੇ ਲੋਕਾਂ ਨੇ
ਨੇ ਹੀ ਲੰਗਰ ਲਗਾਉਣਾ ਸਟਾਰਟ ਕਰ ਦਿੱਤਾ, ਜੋ ਕਿ ਇੱਕ ਮੇਜਰ ਬੂਸਟ ਸੀ ਕਿਸਾਨ ਅੰਦੋਲਨ ਦੇ ਲਈ, ਕਿਉਂਕਿ ਲੱਖਾਂ ਕਿਸਾਨ ਇਸ ਅੰਦੋਲਨ ਦਾ ਹਿੱਸਾ ਸੀ ਐਂਡ ਲੱਖਾਂ ਲੋਕਾਂ ਨੂੰ ਰੋਟੀ ਖਿਲਾਉਣਾ ਇੱਕ ਬਹੁਤ ਹੀ ਵੱਡਾ ਚੈਲੰਜ ਸੀ। ਦੁਨੀਆ ਦੇ ਕਈ ਮੇਜਰ ਪ੍ਰੋਟੈਸਟ ਸਿਰਫ ਇਸੇ ਲਈ ਹੀ ਖਤਮ ਹੋ ਜਾਂਦੇ ਆ ਕਿਉਂਕਿ ਉਹ ਆਪਣੇ ਆਪ ਨੂੰ ਸਸਟੇਨ ਨਹੀਂ ਕਰ ਪਾਉਂਦੇ, ਜਿਹੜੀ ਬੇਸਿਕ ਨੀਡ ਆ ਫੂਡ ਦੀ ਉਹੀ ਪੂਰਾ ਨਹੀਂ ਕਰ ਪਾਉਂਦੇ। ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਸਾਡੀ ਗੁਰੂਆਂ ਦੀ ਟੀਚਿੰਗਸ ਇਸ ਪ੍ਰੋਟੈਸਟ ਦੇ ਵਿੱਚ ਕਿਵੇਂ ਕੰਮ ਆਈ। ਲੰਗਰ ਦੇ ਨਾਲ ਸਕਿਲਡ ਲੋਕ ਜਿਵੇਂ ਇਲੈਕਟ੍ਰੀਸ਼ੀਅਨ, ਪਲੰਬਰ, ਮਕੈਨਿਕ ਤੇ ਡਾਕਟਰ, ਇਹਨਾਂ ਸਾਰਿਆਂ ਨੇ ਵੀ ਆਪਣਾ ਯੋਗਦਾਨ ਪਾਇਆ ਤੇ ਫ੍ਰੀ ਸੇਵਾ ਪ੍ਰੋਵਾਈਡ ਕੀਤੀ ਐਂਡ ਇਸ ਪ੍ਰੋਟੈਸਟ ਨੂੰ, ਇਸ ਧਰਨੇ ਨੂੰ ਪੱਕੇ ਤੌਰ ਤੇ ਦਿੱਲੀ ਦੇ ਬਾਰਡਰਸ ਤੇ ਲਗਾਇਆ ਗਿਆ। ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਸਿੱਖ ਪ੍ਰਿੰਸੀਪਲਸ ਕਰਕੇ ਨਾ ਹੀ ਫਾਈਨਾਂਸ ਦੀ ਨਾ ਹੀ ਲੇਬਰ ਦੀ ਸ਼ਾਰਟੇਜ ਹੋਈ ਐਂਡ ਜਿਹੜਾ ਇਹ ਪ੍ਰੋਟੈਸਟ ਸੀ ਇੰਨੇ ਲੰਬੇ ਤੱਕ ਸਸਟੇਨ ਕਰ ਪਾਇਆ। ਲੀਡਰਸ਼ਿਪ ਐਂਡ ਫਾਈਨਾਂਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਕਿਸਾਨਾਂ ਦਾ ਧਰਨੇ ਵਾਲੀ ਥਾਂ ਤੇ ਮੌਜੂਦ ਰਹਿਣਾ, ਕਿਉਂਕਿ ਇੰਨੇ ਲੰਬੇ ਟਾਈਮ ਤੱਕ ਜਦੋਂ ਵੀ ਕੋਈ ਪ੍ਰੋਟੈਸਟ ਚੱਲਦਾ ਹੈ ਤੇ ਲੋਕ ਬੋਰ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ ਹੈ ਤੇ ਉਹ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ। ਸੋ ਕਿਸਾਨਾਂ ਦਾ ਲਗਾਤਾਰ ਦਿੱਲੀ ਬਾਰਡਰਸ ਤੇ ਧਰਨੇ ਤੇ ਮੌਜੂਦ ਰਹਿਣਾ ਕਾਫੀ ਚੈਲੰਜਿੰਗ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੀਫ ਸਤਨਾਮ ਸਿੰਘ ਪੰਨੂ ਦਾ ਕਹਿਣਾ ਸੀ ਕਿ ਇੰਨੇ ਲੰਬੇ ਟਾਈਮ ਤੱਕ ਚੱਲਣ ਵਾਲੇ ਪ੍ਰੋਟੈਸਟ ਵਿੱਚ ਲੋਕਾਂ ਦਾ ਰਹਿਣਾ ਜਾਂ ਪ੍ਰੋਟੈਸਟ 'ਚ ਜਾਣਾ ਸਭ ਤੋਂ ਜ਼ਿਆਦਾ ਚੈਲੰਜਿੰਗ ਸੀ, ਬਟ ਕਿਸਾਨਾਂ ਵਿੱਚ ਸਰਕਾਰ ਖਿਲਾਫ ਕਾਫੀ ਗੁੱਸਾ ਸੀ ਜਿਸ ਕਰਕੇ ਇਹ ਕੰਮ ਵੀ ਆਸਾਨ ਹੋ ਗਿਆ। ਇਸ ਤੋਂ ਇਲਾਵਾ ਅਲੱਗ-ਅਲੱਗ ਕਿਸਾਨ ਗਰੁੱਪ ਨੇ ਆਪਣੇ ਪਿੰਡਾਂ ਵਿੱਚ ਲੋਕਾਂ ਦੀ ਡਿਊਟੀ ਲਗਾ ਦਿੱਤੀ ਕਿ ਉਹ ਰੋਟੇਸ਼ਨ ਦੇ ਵਿੱਚ ਕਿਸਾਨ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਰਹਿਣਗੇ, ਜਿਸ ਕਰਕੇ ਕਿਸਾਨ ਅੰਦੋਲਨ ਦਾ ਜਿਹੜਾ ਇਹ ਮੋਰਚਾ ਸੀ ਕਦੀ ਵੀ ਖਾਲੀ ਨਹੀਂ ਹੋ ਪਾਇਆ ਤੇ ਸਰਕਾਰ ਜਿਹੜੀ ਮੋਦੀ ਸਰਕਾਰ ਸੀ ਸਾਡੀ ਉੱਤੇ ਲਗਾਤਾਰ ਪ੍ਰੈਸ਼ਰ ਬਿਲਡ ਹੁੰਦਾ ਰਿਹਾ। ਕਿਸਾਨ ਅੰਦੋਲਨ ਵਿੱਚ ਲੀਡਰਸ਼ਿਪ, ਫਾਈਨਾਂਸ ਤੇ ਲੋਕਾਂ ਦੀ ਪਾਰਟਿਸਿਪੇਸ਼ਨ ਤੋਂ ਬਾਅਦ ਸਭ ਤੋਂ ਵੱਡਾ ਚੈਲੰਜ ਸੀ ਕਮਿਊਨੀਕੇਸ਼ਨ ਦਾ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਲੱਖਾਂ ਲੋਕ ਸ਼ਾਮਿਲ ਸਨ, ਇੰਨੇ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣਾ ਉਹ ਵੀ ਇੱਕ ਸਟੇਜ ਤੋਂ ਕਾਫੀ ਚੈਲੰਜਿੰਗ ਸੀ, ਕਿਉਂਕਿ ਅਗਰ ਮੰਨ ਲਓ ਕਿ ਕੋਈ ਵੀ ਗਲਤ ਮੈਸੇਜ ਕਿਸਾਨਾਂ ਤੱਕ ਪਹੁੰਚਦਾ ਜੋ ਕਿਸਾਨ ਸਟੇਜ ਦੇ ਨੇੜੇ ਨਹੀਂ ਸੀ, ਜੋ ਕਿਸਾਨ ਸਟੇਜ ਤੋਂ ਬਹੁਤ ਦੂਰ ਸੀ, ਉਹਨਾਂ ਤੱਕ ਇੱਕ ਰੋਂਗ ਮੈਸੇਜ ਪਹੁੰਚਦਾ ਤੇ ਇਸ ਦੇ ਨਾਲ ਕਿਸਾਨਾਂ ਦੇ ਜਿਹੜੇ ਇਸ ਅੰਦੋਲਨ ਤੇ ਨੈਗੇਟਿਵ ਇੰਪੈਕਟ ਵੀ ਹੋ ਸਕਦਾ ਸੀ। ਜਿੱਥੇ ਗੋਦੀ ਮੀਡੀਆ ਕਿਸਾਨਾਂ ਨੂੰ ਟੈਰਰਿਸਟ ਦੱਸ ਰਿਹਾ ਸੀ, ਖਾਲਿਸਤਾਨੀ ਦੱਸ ਰਿਹਾ ਸੀ, ਇੱਕ ਨੈਗੇਟਿਵ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਟਰਾਲੀ ਟਾਈਮਸ ਨੇ ਕਿਸਾਨਾਂ ਦੇ ਇਸ਼ੂਜ਼ ਨੂੰ ਹਾਈਲਾਈਟ ਕੀਤਾ ਐਂਡ ਉਹਨਾਂ ਕਿਸਾਨਾਂ ਤੱਕ ਮੈਸੇਜ ਪਹੁੰਚਾਇਆ ਜੋ ਸਟੇਜ ਤੋਂ ਕਾਫੀ ਦੂਰ ਬੈਠੇ ਹੋਏ ਸੀ। ਸਾਡੇ ਦੇਸ਼ ਦੇ ਪ੍ਰੋਟੈਸਟ ਦੇ ਇਤਿਹਾਸ ਵਿੱਚ ਇਹ ਕਾਫੀ ਟਾਈਮ ਬਾਅਦ ਹੋ ਰਿਹਾ ਸੀ ਕਿ ਪ੍ਰੋਟੈਸਟ ਵਿੱਚ ਆਏ ਲੋਕ ਇੰਨਾ ਜ਼ਿਆਦਾ ਅਵੇਅਰ ਸੀ ਤੇ ਇਹ ਸਭ ਪੋਸੀਬਲ ਹੋ ਪਾਇਆ ਟਰਾਲੀ ਟਾਈਮਸ ਤੇ ਐਸਕੇਐਮ ਦੇ ਸੋਸ਼ਲ ਮੀਡੀਆ ਹੈਂਡਲਸ ਕਰਕੇ। ਸੋ ਇਸ ਪ੍ਰੋਟੈਸਟ ਵਿੱਚ ਸੋਸ਼ਲ ਮੀਡੀਆ ਐਂਡ ਨਿਊਜ਼ਲੈਟਰਸ ਨੇ ਬਖੂਬੀ ਆਪਣਾ ਰੋਲ ਨਿਭਾਇਆ। ਜਦ 26 ਜਨਵਰੀ ਨੂੰ ਲਾਲ ਕਿਲੇ 'ਚ ਵਾਇਲੈਂਸ ਹੋਇਆ ਤੇ ਸਾਡੀ ਸਰਕਾਰ ਵੀ ਐਕਸ਼ਨ ਦੇ ਮੋਡ 'ਚ ਆ ਗਈ ਤੇ ਉਹਨਾਂ ਨੇ ਵੀ ਫੋਰਸਿਸ ਭੇਜ ਦਿੱਤੀਆਂ ਗਾਜ਼ੀਪੁਰ ਬਾਰਡਰ ਨੂੰ ਖਾਲੀ ਕਰਾਉਣ ਵਾਸਤੇ। ਪਰ ਜਦ ਰਾਕੇਸ਼ ਟਕੈਤ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਸਾਡੇ ਕਿਸਾਨਾਂ ਨੇ WhatsApp ਗਰੁੱਪਸ ਦੇ ਜ਼ਰੀਏ ਕੁਝ ਹੀ ਟਾਈਮ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਦੁਬਾਰਾ ਇਕੱਠਾ ਕਰ ਲਿਆ ਤੇ ਦੁਬਾਰਾ ਇਸ ਅੰਦੋਲਨ ਦੇ ਵਿੱਚ ਜਾਨ ਫੂਕ ਦਿੱਤੀ। ਸੋ ਕਿਸਾਨ ਅੰਦੋਲਨ ਦਾ ਸੋਸ਼ਲ ਮੀਡੀਆ ਪ੍ਰੈਜ਼ੈਂਸ ਐਂਡ WhatsApp ਗਰੁੱਪ ਦੇ ਰਾਹੀਂ ਆਪਣਾ ਮੈਸੇਜ ਇੱਕ ਵੱਡੇ ਤਬਕੇ ਤੱਕ ਪਹੁੰਚਾਉਣਾ ਬੜਾ ਹੀ ਮਦਦਗਾਰ ਰਿਹਾ। ਕਿਸਾਨ ਅੰਦੋਲਨ ਦੇ ਜਿੱਤਣ ਦਾ 5th ਰੀਜ਼ਨ ਹੈ ਕਿਸਾਨਾਂ ਨੂੰ ਇੰਗੇਜ ਰੱਖਣਾ। ਹੁਣ ਜਦ ਇੰਨੇ ਜ਼ਿਆਦਾ ਕਿਸਾਨ ਇੱਕ ਜਗ੍ਹਾ ਤੇ ਪ੍ਰੋਟੈਸਟ ਕਰ ਰਹੇ ਹੋਣ ਤੇ ਉਹਨਾਂ ਸਾਰੇ ਕਿਸਾਨਾਂ ਨੂੰ ਬਿਜ਼ੀ ਰੱਖਣਾ ਵੀ ਇੱਕ ਬਹੁਤ ਵੱਡਾ ਚੈਲੰਜ ਸੀ। ਇਸੇ ਲਈ ਅਸੀਂ ਦੇਖਿਆ ਕਿ ਕਿਸਾਨ ਅੰਦੋਲਨ ਨੂੰ ਅਟਰੈਕਟਿਵ ਬਣਾਉਣ ਲਈ ਜਗ੍ਹਾ ਜਗ੍ਹਾ ਤੇ ਫ੍ਰੀ ਲਾਇਬ੍ਰੇਰੀਜ਼, ਮੂਵੀ ਰੂਮ, ਐਕਟੀਵਿਟੀ ਸੈਂਟਰ, ਮਸਾਜ ਰੂਮਸ ਵੀ ਖੋਲੇ ਗਏ ਤਾਂ ਜੋ ਕਿਸਾਨ ਆਪਣੇ ਆਪ ਨੂੰ ਬਿਜ਼ੀ ਰੱਖ ਸਕਣ। ਇਸ ਦੇ ਨਾਲ ਨਾਲ ਕਿਸਾਨ ਲੀਡਰਸ ਨੇ ਦੇਸ਼ ਦੇ ਅਲੱਗ-ਅਲੱਗ ਸਟੇਟਸ ਵਿੱਚ ਜਾ ਕੇ ਕਿਸਾਨ ਮਹਾ ਪੰਚਾਇਤ ਵੀ ਕੀਤੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਅਟਰੈਕਟ ਕੀਤਾ ਜਾ ਸਕੇ ਤੇ ਐਂਡ ਇਸ ਅੰਦੋਲਨ ਦੇ ਨਾਲ ਜੋੜਿਆ ਜਾ ਸਕੇ। ਅਸੀਂ ਇਸੇ ਲੜੀ ਦੇ ਵਿੱਚ ਦੇਖਿਆ ਕਿ ਬੀਜੇਪੀ ਦੇ ਲੀਡਰ ਉਹਨਾਂ ਨੂੰ ਬਾਈਕਾਟ ਕਰਨ ਦੀ ਮੂਵਮੈਂਟ ਵੀ ਚੱਲੀ ਐਂਡ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਵੱਖ-ਵੱਖ ਜਗ੍ਹਾ ਤੇ ਰੈਲੀਜ਼ ਕੱਢੀਆਂ ਗਈਆਂ ਤਾਂ ਜੋ ਲੋਕ ਜਿਹੜੇ ਕਿਸਾਨ ਸਾਡੇ ਵੀਰ ਭਰਾ ਸੀ ਉਹ ਇੰਗੇਜ ਰਹਿਣ ਕਿਸੇ ਵੀ ਐਕਟੀਵਿਟੀ ਦੇ ਵਿੱਚ ਐਂਡ ਵੱਧ ਤੋਂ ਵੱਧ ਲੋਕ ਕਿਸਾਨ ਅੰਦੋਲਨ ਦੇ ਨਾਲ ਜੁੜ ਸਕਣ, ਕਿਉਂਕਿ ਅੰਦੋਲਨ ਉਦੋਂ ਹੀ ਸਕਸੈਸਫੁਲ ਹੋ ਸਕਦਾ ਹੈ ਜਦ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਹੋਵੇ ਇਲੈਕਸ਼ਨ ਹਾਰਨ ਦਾ। ਸੋ ਇਹ ਸੀ ਉਹ 5 ਕਾਰਨ ਜਿਨ੍ਹਾਂ ਕਰਕੇ ਅਸੀਂ ਇੱਕ ਕਿਸਾਨ ਅੰਦੋਲਨ ਨੂੰ ਜਿੱਤ ਪਾਏ ਐਂਡ ਅਗਰ ਤੁਹਾਨੂੰ ਲੱਗਦਾ ਕਿ ਮੈਂ ਕੋਈ ਪੁਆਇੰਟ ਮਿਸ ਕਰ ਗਿਆ ਹੋਵਾਂ ਤਾਂ ਤੁਸੀਂ ਇਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਓ। ਇਹ ਅੰਦੋਲਨ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਕਿ ਕਿਸੇ ਵੀ ਪ੍ਰੋਟੈਸਟ ਦਾ ਪੀਸਫੁਲ ਹੋਣਾ ਤੇ ਲੋਕਾਂ ਤੱਕ ਆਪਣੀ ਗੱਲ ਨੂੰ ਪਹੁੰਚਾਉਣਾ ਕਿੰਨਾ ਇੰਪੋਰਟੈਂਟ ਹੁੰਦਾ ਹੈ ਇੱਕ ਪ੍ਰੋਟੈਸਟ ਵਾਸਤੇ ਐਂਡ ਫਿਊਚਰ ਦੇ ਵਿੱਚ ਅਗਰ ਕੋਈ ਵੀ ਪ੍ਰੋਟੈਸਟ ਹੋਏਗਾ ਤੇ ਫਾਰਮਰਸ ਦੇ ਇਸ ਪ੍ਰੋਟੈਸਟ ਨੂੰ ਐਜ਼ ਅ ਸਿੱਖਿਆ ਦੇ ਤੌਰ ਤੇ ਦੇਖਿਆ ਜਾਏਗਾ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤੇ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਦੱਸ ਸਕਦੇ ਹੋ। ਬਾਕੀ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।